Hello student, today we discuss about underground cables, second unit, second chapter. ਅੰਡਰਗਰਾਉਂਡ ਕੇਬਲਸ ਹੁੰਦੀਆਂ ਕੀ ਆ, ਕਾਹਦੇ ਵਾਸਤੇ ਯੂਜ਼ ਹੁੰਦੀਆਂ ਵਾ, ਕਿਹੜੀ ਵੋਲਟੇਜ ਲੈਵਲ ਵਾਸਤੇ ਯੂਜ਼ ਹੁੰਦੀਆਂ ਵਾ ਅਤੇ ਕਿਵੇਂ ਆਪਾਂ ਜਿਹੜੀ ਇਹਦੀ ਇੰਸਟਾਲੇਸ਼ਨ ਕਰਦੇ ਹਾਂ। ਜਦੋਂ ਇੰਸਟਾਲੇਸ਼ਨ ਕਰਨੀ ਆ ਉਸ ਦੌਰਾਨ ਕਿਹੜੀਆਂ ਗੱਲਾਂ ਦਾ ਖਿਆਲ ਰੱਖਿਆ ਜਾਂਦਾ ਵਾ। ਜਦੋਂ ਇੰਸਟਾਲੇਸ਼ਨ ਡਰਮਜ਼ ਜਿਹੜੀ ਅੰਡਰਗਰਾਊਂਡ ਕੇਬਲ ਆ ਉਹ ਡਰਮ ਦੇ ਉੱਤੇ ਕੈਰੀ ਕਰਕੇ ਲੈ ਕੇ ਆਉਂਦੇ ਆਪਾਂ ਅਤੇ ਉਹਨੂੰ ਕਿਸ ਤਰੀਕੇ ਦੇ ਨਾਲ ਟਰਾਂਸਪੋਰਟ ਕਰਕੇ ਜਿਹੜੀ ਸਾਈਟ ਦੇ ਉੱਤੇ ਪਹੁੰਚਾਇਆ ਜਾਂਦਾ ਵਾ ਜਿੱਥੇ ਆਪਾਂ ਇੰਸਟਾਲ ਕਰਨੀ ਆ। ਉਸ ਸਾਈਟ ਦੇ ਉੱਤੇ ਪਹੁੰਚਣ ਤੋਂ ਬਾਅਦ ਉਹਦੀ ਕਿਹੜੀ ਇੰਸਪੈਕਸ਼ਨ, ਕਿਹੜੇ ਟੈਸਟ ਪਰਫੋਰਮ ਕਰਨੇ ਆ, ਕਿਹੜੀਆਂ ਪ੍ਰੀਕਾਸ਼ਨਸ ਆਪਾਂ ਯੂਜ਼ ਕਰਨੀਆਂ, ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਵੀ ਜਦੋਂ ਆਪਾਂ ਕੇਬਲ ਦੀ ਇੰਸਟਾਲੇਸ਼ਨ ਕਰਨੀ ਆ। ਉਸ ਤੋਂ ਇਲਾਵਾ ਕਿਸ ਤਰ੍ਹਾਂ ਦੇ ਨਾਲ ਆਪਾਂ ਜਿਹੜੀ ਕੇਬਲ ਨੂੰ ਪਾਉਣਾ ਵਾ, ਇੰਸਟਾਲੇਸ਼ਨ ਕਰਨੀ ਆ, ਕਿਵੇਂ ਟਰੈਂਚਸ ਬਣਾਉਣੀਆਂ ਵਾ। ਇਸ ਤੋਂ ਇਲਾਵਾ ਕਿੰਨਾ ਡਿਸਟੈਂਸ ਮੇਨਟੇਨ ਰੱਖਣਾ, ਜੇ ਇੱਕ ਤੋਂ ਜ਼ਿਆਦਾ ਕੇਬਲਸ ਪਾ ਰਹੇ ਹਾਂ ਆਪਸ ਦੇ ਵਿੱਚ ਕਿੰਨਾ ਡਿਸਟੈਂਸ ਮੇਨਟੇਨ ਰੱਖਣਾ। ਫਿਰ ਇਸ ਤੋਂ ਇਲਾਵਾ ਆਪਾਂ ਜਿਹੜਾ ਡਿਸਕਸ ਕਰਨਾ ਵੀ ਕੋਈ ਸੀਵਰੇਜ ਪਾਈਪ ਜਾਂ ਵਾਟਰ ਪਾਈਪ ਜਾਂ ਕੋਈ ਹੋਰ ਕਮਿਊਨੀਕੇਸ਼ਨ ਲਾਈਨਸ ਜਿਹੜੀਆਂ ਪੈਰਲਲ ਜਾਂ ਕ੍ਰੋਸ ਕਰਦੀਆਂ ਪਈਆਂ, ਉਹਨਾਂ ਦੇ ਵਿੱਚ ਕਿੰਨਾ ਗੈਪ ਹੋਣਾ ਚਾਹੀਦਾ, ਉਹਦੇ ਬਾਰੇ ਡਿਸਕਸ ਕਰਾਂਗੇ। ਹੋਰ ਇਸ ਤੋਂ ਇਲਾਵਾ ਜਿੰਨੇ ਵੀ ਆਪਣੀ ਸਿਲੇਬਸ ਦੇ ਵਿੱਚ ਪੁਆਇੰਟ ਆ ਉਹਨਾਂ ਦੇ ਬਾਰੇ ਆਪਾਂ ਡਿਸਕਸ ਕਰਾਂਗੇ ਅੰਡਰਗਰਾਊਂਡ ਕੇਬਲਸ ਦੇ ਵਿੱਚ। ਫਸਟ ਆਫ ਆਲ ਆਪਾਂ ਡਿਸਕਸ ਕਰਦੇ ਹਾਂ ਬਈ ਕੇਬਲ ਕਿਸ ਤਰ੍ਹਾਂ ਦੀ ਹੁੰਦੀ ਆ। ਅੰਡਰਗਰਾਊਂਡ ਕੇਬਲਸ ਦੇ ਵਿੱਚ ਕਿਹੜੇ ਪਾਰਟ ਹੁੰਦੇ ਆ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਇਹ ਆਪਣੀ ਅੰਡਰਗਰਾਊਂਡ ਕੇਬਲ ਆ। ਫਸਟ ਆਫ ਆਲ ਜਿਹੜਾ ਪਹਿਲੋਂ ਡਿਸਕਸ ਕਰਦੇ ਹਾਂ ਕੋਰ ਜਿਹੜੇ ਚਾਹੇ ਆਪਣੀ ਇਹ ਜਿਹੜੀ ਸਿੰਗਲ ਕੋਰ ਆ ਚਾਹੇ 3 ਕੋਰ ਆ, ਜਿਹੜੀ ਇਹ ਕਾਹਦੇ 'ਤੇ ਡਿਪੈਂਡ ਕਰੂਗੀ, ਜਿਹੜੀ ਆਪਾਂ ਨੂੰ ਸਪਲਾਈ ਚਾਹੀਦੀ ਹੈ ਉਹਦੇ ਅਕੋਰਡਿੰਗਲੀ ਆਪਾਂ 2 ਕੋਰ ਕੇਬਲ ਯੂਜ਼ ਕਰ ਸਕਦੇ ਹਾਂ, 3 ਕੋਰ ਕੇਬਲ ਯੂਜ਼ ਕਰ ਸਕਦੇ ਹਾਂ, 4 ਕੋਰ ਕੇਬਲ ਯੂਜ਼ ਕਰ ਸਕਦੇ ਹਾਂ। ਅਕੋਰਡਿੰਗਲੀ ਆਪਣੀ ਨੀਡ ਦੇ ਅਕੋਰਡਿੰਗ ਜਿੰਨੀ ਆਪਾਂ ਨੂੰ ਕੋਰਸ ਚਾਹੀਦੀਆਂ ਵਾ ਉਹਦੇ ਅਕੋਰਡਿੰਗਲੀ ਕੋਰਸ ਹੋਣਗੀਆਂ ਅਤੇ ਇਹਦੀ ਥਿਕਨੈਸ ਜਿਹੜੀ ਡਿਪੈਂਡ ਕਰੂਗੀ ਔਨ ਕਰੰਟ ਰੇਟਿੰਗ। ਜਿੰਨਾ ਆਪਾਂ ਨੂੰ ਕਰੰਟ ਨੀਡਿਡ ਆ ਉਹਦੇ ਅਕੋਰਡਿੰਗਲੀ ਥਿਕਨੈਸ ਉਹਦੀ ਵੱਧ ਜੂਗੀ ਜੇ ਕਰੰਟ ਜ਼ਿਆਦਾ ਹੋਊਗਾ। ਜੇ ਕਰੰਟ ਆਪਾਂ ਨੂੰ ਘੱਟ ਚਾਹੀਦਾ ਵਾ ਤਾਂ ਉਹ ਥਿਕਨੈਸ ਉਹਦੀ ਘੱਟ ਜੂਗੀ। ਉਹਦੇ ਅਕੋਰਡਿੰਗਲੀ ਕੋਰ ਇਹ ਜਿਹੜੀ ਮੋਸਟਲੀ ਐਲਮੀਨੀਅਮ ਦੀਆਂ ਕੋਰ ਦੀ ਬਣੀ ਹੁੰਦੀ ਹੈ ਕੇਬਲਸ, ਜਿਹੜੀਆਂ ਅੰਡਰਗਰਾਊਂਡ ਕੇਬਲਸ ਹੁੰਦੀ ਹੈ। ਅਤੇ ਨੈਕਸਟ ਆਪਣਾ ਇੰਸੂਲੇਸ਼ਨ ਜਿਹੜੀ ਡਿਪੈਂਡ ਕਰਦੀ ਹੈ ਵੋਲਟੇਜ ਲੈਵਲ ਦੇ ਉੱਤੇ। ਕਿੰਨੇ ਵੋਲਟੇਜ ਲੈਵਲ ਜਿਹੜੀ ਸਪਲਾਈ ਆਪਾਂ ਇਹਦੇ 'ਚੋਂ ਟਰਾਂਸਮਿਟ ਕਰਨੀ ਆ ਜਾਂ ਡਿਸਟਰੀਬਿਊਟ ਕਰਨੀ ਆ, ਉਹਦੇ 'ਤੇ ਡਿਪੈਂਡ ਕਰਦਾ ਜਿਹੜੀ ਇੰਸੂਲੇਸ਼ਨ ਕਿੰਨੀ ਹੋਣੀ ਚਾਹੀਦੀ ਹੈ। ਇੰਸੂਲੇਸ਼ਨ ਜਿਹੜੀ ਹੈ ਮੇ ਬੀ XLP ਹੋਊਗੀ, PVC ਹੋਊਗੀ, ਜਿਹੜੀ ਇੰਸੂਲੇਟ ਕੀਤੀ ਹੁੰਦੀ ਹੈ ਤਾਂ ਕਿ ਜਿਹੜਾ ਕੰਡਕਟਰ ਟੂ ਕੰਡਕਟਰ ਜਿਹੜਾ ਡਿਸਟੈਂਸ ਆ ਉਹ ਮੇਨਟੇਨ ਰੱਖਿਆ ਜਾਵੇ। ਜਿਵੇਂ ਵੋਲਟੇਜ ਐਕਸੀਡ ਹੋਊਗੀ ਉਵੇਂ ਜਿਹੜੀ ਇੰਸੂਲੇਸ਼ਨ ਆਪਣੀ ਜ਼ਿਆਦਾ ਹੋਊਗੀ, ਇੰਸੂਲੇਸ਼ਨ ਦੀ ਥਿਕਨੈਸ ਜ਼ਿਆਦਾ ਹੋਊਗੀ। ਅਤੇ ਜਿਵੇਂ ਵੋਲਟੇਜ ਘਟੂਗੀ, ਜੇ ਵੋਲਟੇਜ ਲੈਵਲ ਆਪਾਂ ਘੱਟ ਲੈਂਦੇ ਹਾਂ ਤਾਂ ਜਿਹੜੀ ਇੰਸੂਲੇਸ਼ਨ ਉਹ ਪਤਲੀ ਹੋ ਜੂਗੀ। ਇੱਦਾਂ ਜਿਹੜੀ ਇੰਸੂਲੇਸ਼ਨ। ਉਸ ਤੋਂ ਨੈਕਸਟ ਪਾਰਟ ਹੈਗਾ ਆਪਣਾ ਮੈਟੈਲਿਕ ਸ਼ੀਟ ਜਿਹੜੀ ਜਾਂ ਲੈਡ ਦੀ ਬਣੀ ਹੁੰਦੀ ਹੈ ਜਾਂ ਐਲਮੀਨੀਅਮ ਦੀ। ਮੋਸਟਲੀ ਜਿਹੜੀ ਲੈਡ ਸ਼ੀਟ ਯੂਜ਼ ਕਰਦੇ ਹਾਂ ਆਪਾਂ ਵਰਡ, ਜਿਹੜੀ ਇਹ ਪ੍ਰੋਵਾਈਡ ਕੀਤੀ ਜਾਂਦੀ ਹੈ ਇੰਸੂਲੇਸ਼ਨ ਤੋਂ ਵਰਬ। ਇਹਦੇ 'ਚ ਕੀ ਆ, ਜਿਹੜੇ ਆਪਣੀ ਸੋਇਲ ਆ ਉਹਦੇ 'ਚ ਅਲੱਗ ਤਰ੍ਹਾਂ ਦੇ ਕੈਮੀਕਲਸ ਰਲੇ ਹੁੰਦੇ ਆ ਜਾਂ ਜਿਹੜੀ ਮੋਇਸਚਰ ਕੰਟੈਂਟਸ ਹੁੰਦੇ ਆ ਉਹਨਾਂ ਤੋਂ ਬਚਾਅ ਵਾਸਤੇ ਜਿਹੜੀ ਮੈਟੈਲਿਕ ਸ਼ੀਟ ਦਾ ਯੂਜ਼ ਕੀਤਾ ਜਾਂਦਾ। ਅਤੇ ਜਾਂ ਜਿਹੜੀ ਵੋਲਟੇਜ ਦੇ ਨਾਲ ਜਿਹੜੀ ਆਪਣੀ ਜਦੋਂ ਕਰੰਟ ਮੂਵ ਕਰਦਾ ਵਾ ਕੰਡਕਟਰਸ ਦੇ ਥਰੂ, ਜਿਹੜੇ ਆਪਣਾ ਇੱਕ ਘੇਰਾ ਬਣਾ ਲੈਂਦੇ ਇੰਡਕਸ਼ਨ ਟਾਈਪਸ ਜਿਹੜਾ ਇੱਕ ਬਣਾ ਲੈਂਦੇ ਆ, ਉਹਨੂੰ ਨਲੀਫਾਈ ਕਰਨ ਵਾਸਤੇ ਆਪਾਂ ਜਿਹੜੀ ਮੈਟੈਲਿਕ ਸ਼ੀਟਸ ਦਾ ਯੂਜ਼ ਕਰਦੇ ਹਾਂ। ਉਸ ਤੋਂ ਉੱਪਰ ਆਪਣੀ ਬੈਡਿੰਗ ਆ ਜਾਂਦੀ ਆ ਜਿਹੜੀ ਕਿ ਮੈਟੈਲਿਕ ਸਟਰੈਂਥ ਪ੍ਰੋਵਾਈਡ ਕਰਦੀ ਆ। ਜਿਹੜੀ ਆਪਣੀ ਮੈਟੈਲਿਕ
ਸ਼ਿਡਥ ਨੂੰ। ਉਸ ਤੋਂ ਬਾਅਦ ਆ ਜਾਂਦੀ ਹੈ ਆਰਮਰਿੰਗ। ਆਰਮਰਿੰਗ ਜਿਹੜੀ ਹੈ ਇਹ ਆਪਣੀ GI ਵਾਇਰ ਜਾਂ GI ਟੇਪ ਦੀ ਬਣੀ ਹੁੰਦੀ ਹੈ। GI ਮਤਲਬ ਗੈਲਵੇਨਾਈਜ਼ਡ ਆਇਰਨ ਦੀ, ਜਿਹੜੀ ਆਇਰਨ ਲੋਹੇ ਦੀਆਂ ਪੱਤੀਆਂ ਸਮਝ ਲਓ, ਜਿਹੜੀ ਕਿ GI ਉੱਤੇ ਗੈਲਵੇਨਾਈਜ਼ਡ ਕੀਤੀ ਹੁੰਦੀ ਹੈ ਤਾਂ ਕਿ ਕਰੋਜ਼ਨ ਜੰਗ ਨਾ ਲੱਗੇ। ਇਹ ਬੇਸਿਕਲੀ ਕੇਬਲ ਨੂੰ ਮਕੈਨੀਕਲ ਸਟਰੈਂਥ ਪ੍ਰੋਵਾਈਡ ਕਰਾਉਣ ਵਾਸਤੇ, ਤਾਂ ਕਿ ਜਿਹੜੀ ਕੇਬਲ ਆ ਜਿਹੜੀ ਉਹ ਡੈਮੇਜ ਨਾ ਹੋਵੇ। ਕੇਬਲ ਦੀ ਕੋਰ ਨੂੰ ਬਚਾਉਣ ਵਾਸਤੇ ਆਪਾਂ ਉੱਤੇ ਜਿਹੜੀ ਇਹ ਆਰਮਰਿੰਗ ਕਰਦੇ ਹਾਂ। ਆਰਮਰਿੰਗ ਦਾ ਮੇਨ ਮੋਟਿਵ ਇਹ ਆ ਵੀ ਜਦੋਂ ਕੋਈ ਵੀ ਜੇ ਆਪਾਂ ਜਿਹੜੀ ਅੰਡਰਗਰਾਊਂਡ ਕੇਬਲ ਪਾਈ ਹੋਈ ਆ ਉੱਤੋਂ ਦੀ ਕੋਈ ਮਕੈਨੀਕਲ ਸਟਰੈਂਥ ਆਉਂਦੀ ਆ, ਚਾਹੇ ਉਹ ਮੈਨੂਅਲ ਡਗਿੰਗ ਦੌਰਾਨ ਆਵੇ, ਕੋਈ ਡਗਿੰਗ ਕਰਦਾ ਪਿਆ ਵਾ ਜਿਹੜਾ ਲੇਬਰਮੈਨ ਆ, ਅਤੇ ਉਹਦੇ ਉੱਤੇ ਉਹਦਾ ਕੋਈ ਵੀ ਟੂਲ ਲੱਗ ਜਾਂਦਾ ਵਾ, ਔਜ਼ਾਰ ਲੱਗ ਜਾਂਦਾ, ਚਾਹੇ ਕਹੀ ਕਹਿ ਲਓ ਜਾਂ ਜਿਹੜਾ ਵੀ ਗਿਣਤੀ ਵਗੈਰਾ ਜਿਹੜਾ ਯੂਜ਼ ਕਰਦੇ ਆਪਾਂ ਡਗਿੰਗ ਵਾਸਤੇ, ਅਤੇ ਉਸ ਤੋਂ ਬਚਾਉਣ ਵਾਸਤੇ, ਜਾਂ ਜੇ ਅੱਜ ਕੱਲ੍ਹ JCB ਦੇ ਨਾਲ ਪਟਾਈ ਕੀਤੀ ਜਾਂਦੀ ਆ, JCB ਦੇ ਮਟੈਲਿਕਸ ਪਾਰਟਸ ਜਿਹੜੇ ਉਹ ਬਚ ਸਕਦੇ ਆ, ਉਹ ਤੋਂ ਬਚਾਉਣ ਵਾਸਤੇ ਅੰਡਰਗਰਾਊਂਡ ਕੇਬਲ ਦੀ ਡੈਮੇਜ ਨਾ ਹੋਵੇ, ਇਸ ਕਰਕੇ ਆਰਮਰਿੰਗ ਕੀਤੀ ਜਾਂਦੀ ਆ। ਉਸ ਤੋਂ ਉੱਤੇ ਆਪਣੀ ਸਰਵੇਇੰਗ ਹੁੰਦੀ ਹੈ। ਸਰਵੇਇੰਗ ਜਿਹੜੀ ਇੰਸੂਲੇਸ਼ਨ ਪ੍ਰੋਵਾਈਡ ਕਰਾਈ ਜਾਂਦੀ ਹੈ ਆਪਣੀ ਕੇਬਲ ਨੂੰ, ਅਤੇ ਜਿਹੜੀ ਇਹਦੀ ਆਪਣੀ ਆਰਮਰਿੰਗ ਦੀ ਮਕੈਨੀਕਲ ਜਿਹੜੀ ਸਟਰੈਂਥ ਬਣਾ ਕੇ ਰੱਖਦੀ ਹੈ, ਜਿਹੜੀ ਉਹਨੂੰ ਪਕੜ ਬਣਾ ਕੇ ਰੱਖਦੀ ਹੈ, ਅਤੇ ਸਾਰਿਆਂ ਨੂੰ ਉੱਪਰ ਇਹ ਲੇਅਰ ਹੁੰਦੀ ਆ ਆਪਣੀ। ਇਹ ਹੋ ਗਈ ਆਪਣੀ ਕੇਬਲ ਦੀ ਡਿਸਕ੍ਰਿਪਸ਼ਨ। ਨੈਕਸਟ ਸਭ ਤੋਂ ਪਹਿਲਾਂ ਜਿਹੜਾ ਆਪਣਾ ਟੋਪਿਕ ਡਿਸਕਸ ਕਰਨਾ ਵਾ ਅੱਜ ਆਪਾਂ, ਉਹਦੇ ਵਿੱਚ ਹੈਗਾ ਇੰਸਪੈਕਸ਼ਨ, ਸਟੋਰੇਜ ਐਂਡ ਟਰਾਂਸਪੋਰਟੇਸ਼ਨ ਆਫ ਅੰਡਰਗਰਾਊਂਡ ਕੇਬਲ। ਜਦੋਂ ਆਪਣੀ ਸਾਈਟ ਦੇ ਉੱਤੇ ਕੇਬਲ ਆ ਜਾਂਦੀ ਆ, ਉਹਦੀ ਕਿਵੇਂ ਇੰਸਪੈਕਸ਼ਨ ਕਰਨੀ ਹੈ, ਕਿਵੇਂ ਸਟੋਰੇਜ ਕਰਨੀ ਹੈ, ਅਤੇ ਕਿਵੇਂ ਟਰਾਂਸਪੋਰਟੇਸ਼ਨ ਕਰਨੀ ਹੈ ਅੰਡਰਗਰਾਊਂਡ ਕੇਬਲ ਦੀ, ਜਿਹੜੇ ਪੁਆਇੰਟਸ ਦਾ ਆਪਾਂ ਖਿਆਲ ਰੱਖਣਾ, ਉਹਦੇ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ। ਫਸਟ ਆਫ ਆਲ ਆਪਾਂ ਡਿਸਕਸ ਕਰਾਂਗੇ ਇੰਸਪੈਕਸ਼ਨ ਔਨ ਅਰਾਈਵਲ ਆਫ ਅੰਡਰਗਰਾਊਂਡ ਕੇਬਲ। ਜਦੋਂ ਕੇਬਲ ਆਪਣੀ ਅਰਾਈਵ ਹੋ ਗਈ ਜਿੱਥੇ ਆਪਾਂ ਇੰਸਟਾਲ ਕਰਨੀ ਆ, ਉਹਦੇ 'ਤੇ ਉਦੋਂ ਆਪਾਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਵਾ। ਜਦੋਂ ਆਪਣਾ ਕੇਬਲ ਡਰਮਸ ਜਿਹੜੇ ਆ ਲੋਡ ਹੋ ਕੇ ਟਰੱਕ ਵਗੈਰਾ ਟਰੋਲਰ ਦੇ ਉੱਤੇ ਆ ਗਏ, ਉਸ ਦੌਰਾਨ ਜਿਹੜੀ ਆਪਾਂ ਕੀ ਗੱਲਾਂ ਦਾ ਖਿਆਲ ਰੱਖਣਾ, ਜਿਹੜੀ ਆਪਣੀ ਜੇ ਕੋਈ ਡੈਮੇਜ ਤਾਂ ਨਹੀਂ ਹੋਈ ਕੋਈ ਚੀਜ਼ ਆਪਣੀ, ਜਿਹੜੀ ਆਪਣੇ ਪੈਕਿੰਗ ਦੇ ਵਿੱਚ ਕੋਈ ਡੈਮੇਜ ਤਾਂ ਨਹੀਂ ਹੋਈ, ਉਹਦੇ ਬਾਰੇ ਆਪਾਂ ਡਿਸਕਸ ਕਰ ਰਹੇ ਹਾਂ ਇਹਦੇ 'ਚ। On arrival of cable packing case at site, it should be checked against the dispatch particularly। ਕੋਈ ਜਿਹੜਾ ਚੈੱਕ ਕਰਨਾ ਇਹਦੇ 'ਚ ਕੋਈ ਡੈਮੇਜ ਤਾਂ ਨਹੀਂ ਹੋਈ। Any lose of packing in a transmit should be intimate immediately to the manufacturer। ਜੇ ਆਪਾਂ ਨੂੰ ਕੋਈ ਲੱਗਦਾ ਵੀ ਜ਼ਿਆਦਾ ਖਰਾਬੀ ਆਈ ਆ ਪੈਕਿੰਗ ਦੇ ਵਿੱਚ ਜਦੋਂ ਟਰਾਂਸਮਿਟ ਹੋ ਕੇ ਆਈ ਆ, ਤਾਂ ਆਪਾਂ ਇਮੀਡੀਏਟਲੀ ਜੇ ਮੈਨੂਫੈਕਚਰ ਨੂੰ ਇੰਟੀਮੇਟ ਕਰਨਾ ਵਾ। ਦ ਪੈਕਿੰਗ ਕੇਸ ਕੰਟੇਨ ਅ ਡੁਪਲੀਕੇਟ ਬਿੱਲ ਐਂਡ ਚੈੱਕ ਦ ਟੈਗ ਵਿਚ ਸ਼ੁੱਡ ਬੀ ਟੇਕਨ ਆਊਟ ਆਫ ਦ ਕੇਸ ਐਜ਼ ਸੂਨ ਇਟ ਇਜ਼ ਓਪਨਡ। ਅਤੇ ਇਹਦੇ ਵਿੱਚ ਆਪਣਾ ਜਿਹੜਾ ਡੁਪਲੀਕੇਟ ਬਿੱਲ ਵੀ ਲੱਗਿਆ ਹੁੰਦਾ, ਜਿਹੜਾ ਰਾਹਦਾਰੀ ਵਾਸਤੇ ਆਪਾਂ ਇਹਦੇ ਵਿੱਚ ਲਾਇਆ ਹੁੰਦਾ ਵਾ, ਉਹ ਚੈੱਕ ਕਰਨਾ ਵਾ ਆਪਾਂ। ਉਹ ਪ੍ਰੋਪਰ ਉਹੀ ਕੇਬਲ ਆਈ ਆ ਆਪਣੇ ਕੋਲ, ਉਹਦੀ ਜਿਹੜੀ ਕੇਬਲ ਡਰਮ ਦਾ ਜਿਹੜਾ ਨੰਬਰ ਆ ਉਹ ਮੈਚ ਕਰਨਾ ਵਾ, ਜਾਂ ਜਿਹੜੀ ਕੇਬਲ ਦੇ ਉੱਤੇ ਸੀਲਿੰਗ ਜਾਂ ਡਰਮ ਦੇ ਉੱਤੇ ਸੀਲ ਲੱਗੀ ਆ ਉਹਨੂੰ ਆਪਾਂ ਚੈੱਕ ਕਰਨਾ ਪੈਕਿੰਗ ਦੇ ਉੱਪਰ। ਇਹਨਾਂ ਗੱਲਾਂ ਦਾ ਖਿਆਲ ਰੱਖਣਾ। ਦ ਪੈਕਿੰਗ ਕੇਸ ਵੇਅਰ ਸਮ ਮਾਰਕਿੰਗ ਇੰਡੀਕੇਟ ਡੈਟ ਸੈਂਡਰ ਐਂਡ ਰਿਸੀਵਰ ਐਡਰੈਸ। ਅਤੇ ਉਹਦੇ ਉੱਤੇ ਕੋਈ ਨਾ ਕੋਈ ਆਪਣਾ ਸੈਂਡਰ ਅਤੇ ਰਿਸੀਵਰ ਦਾ ਐਡਰੈਸ ਲਿਖਿਆ ਹੁੰਦਾ, ਜਿਹੜਾ ਕਿ ਦ ਵਿਲਵੇ ਨੰਬਰ ਐਜ਼ ਵੈਲ ਐਜ਼ ਵਾਰਨਿੰਗ ਇਨ ਕਨੈਕਟਿੰਗ ਵਿਦ ਦੇਅਰ ਹੈਂਡਲਿੰਗ ਐਕਸੈਟਰਾ। ਅਤੇ ਡਰਮ ਦੇ ਉੱਤੇ ਜਿਹੜੀ ਉਹ ਵਾਰਨਿੰਗਸ ਦਿੱਤੀਆਂ ਹੁੰਦੀਆਂ ਵਾ, ਕਿਵੇਂ ਜਿਹੜੀ ਕਨੈਕਸ਼ਨ ਕਰਤੀਆਂ ਅਤੇ ਕਿਵੇਂ ਹੈਂਡਲ ਕਰਨਾ ਕੇਬਲ ਡਰਮ ਨੂੰ, ਉਹਦੇ ਬਾਰੇ ਜਿਹੜਾ ਉਹ ਲੱਗਿਆ ਹੋਣਾ ਜ਼ਰੂਰੀ ਚਾਹੀਦਾ ਵਾ ਆਪਣਾ। ਨੈਕਸਟ, ਵਾਈਲ ਓਪਨਿੰਗ ਦ ਕੇਬਲ ਡਰਮ ਪ੍ਰੋਪਰ ਕੇਅਰ ਸ਼ੁੱਡ ਬੀ exercised to ensure that the tool
used for opening do not damage the cable. The cable should be tested for। ਜਿਹੜਾ ਜਦੋਂ ਆਪਾਂ ਕੇਬਲ ਦਾ ਡਰਮ ਖੋਲ੍ਹਣਾ ਉਦੋਂ ਪ੍ਰੋਪਰ ਕੇਅਰ ਦੇ ਨਾਲ ਖੋਲ੍ਹਣਾ ਵਾ, ਧਿਆਨ ਦੇ ਨਾਲ। ਜਿਹੜੇ ਟੂਲ ਦੇ ਨਾਲ ਆਪਾਂ ਕੇਬਲ ਡਰਮ ਦੀ ਪੈਕਿੰਗ ਨੂੰ ਓਪਨ ਕਰਦੇ ਪਏ ਹਾਂ ਉਹਦੇ ਨਾਲ ਜਿਹੜੀ ਆਪਣੀ ਕੇਬਲ ਡੈਮੇਜ ਨਾ ਹੋ ਜੇ। ਕੋਈ ਕਟਰ ਵਗੈਰਾ ਜਾਂ ਜਿਹੜਾ ਵੀ ਕੋਈ ਸ਼ਾਰਪ ਐਜ ਵਾਲਾ ਟੂਲ ਜਿਹੜਾ ਯੂਜ਼ ਕਰਦੇ ਪਏ ਹਾਂ ਆਪਣੀ ਪੈਕਿੰਗ ਨੂੰ ਖੋਲ੍ਹਣ ਵਾਸਤੇ, ਉਹਦੇ ਨਾਲ ਆਪਣੀ ਕੇਬਲ ਦੇ ਉੱਤੇ ਕੋਈ ਇੰਸੂਲੇਸ਼ਨ ਦੇ ਉੱਤੇ ਡੈਮੇਜ ਨਾ ਹੋਵੇ, ਇਹ ਗੱਲ ਦਾ ਆਪਾਂ ਖਿਆਲ ਰੱਖਣਾ ਵਾ। ਅਤੇ ਦਾ ਕੇਬਲ ਸ਼ੁੱਡ ਬੀ ਟੈਸਟਡ, ਜੇ ਕੇਬਲ ਦਾ ਟੈਸਟ ਕਰਨਾ ਵਾ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਕਿਹੜੇ ਕਿਹੜੇ ਟੈਸਟ ਜਿਹੜੇ ਉਹ ਕਰਨੇ ਆ ਜਦੋਂ ਆਪਣੀ ਸਾਈਟ ਦੇ ਉੱਤੇ ਆ ਗਏ। ਫਸਟ ਕੰਟੀਨਿਊਟੀ ਟੈਸਟ ਕਰਨਾ। ਹਰੇਕ ਕੰਡਕਟਰ ਜਿਹੜਾ ਉਹ ਕੰਟੀਨਿਊਟੀ ਦੇ ਰਿਹਾ ਵਾ, ਕੋਈ ਵਿੱਚੋਂ ਬ੍ਰੇਕ ਤਾਂ ਨਹੀਂ ਹੈਗਾ। ਐਬਸੈਂਸ ਆਫ ਕ੍ਰੋਸ ਫੇਸਿੰਗ, ਕੋਈ ਕ੍ਰੋਸ ਫੇਸਿੰਗ ਤਾਂ ਨਹੀਂ ਹੈਗੀ, ਇਹ ਵੀ ਆਪਾਂ ਟੈਸਟ ਕਰਨਾ ਵਾ। ਆਪਸ ਦੇ ਵਿੱਚ ਕੋਈ ਕੰਡਕਟਰ ਆਪਸ ਦੇ ਵਿੱਚ ਤਾਂ ਨਹੀਂ ਕਨੈਕਟਡ ਹੈਗਾ। ਇੰਸੂਲੇਸ਼ਨ ਰਜਿਸਟੈਂਸ ਟੂ ਅਰਥ, ਇੰਸੂਲੇਸ਼ਨ ਰਜਿਸਟੈਂਸ ਟੂ ਅਰਥ ਵੀ ਚੈੱਕ ਕਰਨੀ ਆ। ਜਿਹੜੀ ਉਹਦੇ 'ਚ ਜਿੰਨੀ ਆਪਾਂ ਨੂੰ ਵੋਲਟੇਜ ਆਪਾਂ ਨੂੰ ਰਿਕੁਆਇਰਡ ਆ, ਵੋਲਟੇਜ ਲੈਵਲ ਦੇ ਉੱਤੇ ਆਪਾਂ ਜਿਹੜੀ 'ਤੇ ਪਾਉਣੀ ਆ ਉਹਦੀ ਪ੍ਰੋਪਰ ਇੰਸੂਲੇਸ਼ਨ ਹੈਗੀ ਹੈ ਤਾਂ ਨਹੀਂ ਵੀ ਜਦੋਂ ਆਪਾਂ ਪਾਈਏ ਤਾਂ ਉਹ ਅਰਥਿੰਗ ਹੁੰਦੀ ਰਹੇ। ਅਰਥਿੰਗ ਦੀ ਇੰਸੂਲੇਸ਼ਨ ਚੈੱਕ ਕਰਨੀ ਹੈ। ਇੰਸੂਲੇਸ਼ਨ ਰਜਿਸਟੈਂਸ ਬਿਟਵੀਨ ਦਾ ਕੰਡਕਟਰ, ਇੰਸੂਲੇਸ਼ਨ ਇੱਕ ਤਾਂ ਆਪਾਂ ਅਰਥ ਦੇ ਨਾਲ ਚੈੱਕ ਕਰਨੀ ਆ, ਦੂਜੀ ਆਪਣੇ ਕੰਡਕਟਰ ਟੂ ਕੰਡਕਟਰ ਜਿਹੜੀ ਉਹ ਇੰਸੂਲੇਸ਼ਨ ਪ੍ਰੋਪਰ ਹੋਣੀ ਚਾਹੀਦੀ ਆ। ਦ ਐਂਡ ਆਫ ਅ ਕੇਬਲ ਸ਼ੁੱਡ ਬੀ ਚੈੱਕਡ ਫੋਰ ਪ੍ਰੋਪਰ ਸੀਲਿੰਗ, ਅਤੇ ਜਿਹੜੇ ਕੇਬਲ ਦੇ ਐਂਡ ਆ ਉਹ ਪ੍ਰੋਪਰ ਸੀਲਿੰਗ ਹੋਣੇ ਚਾਹੀਦੇ ਆ, ਇਹ ਚੈੱਕ ਕਰਨਾ ਵਾ। ਦ ਐਂਡ ਆਫ ਅ ਕੇਬਲ ਸ਼ੁੱਡ ਬੀ ਰੀਸੀਲਡ ਆਫਟਰ ਦ ਟੈਸਟਿੰਗ ਆਫ ਦ ਕੇਬਲ, ਇਟ ਇਜ਼ ਟੂ ਬੀ ਲੇਡ ਲੇਟਰ। ਜਦੋਂ ਆਪਾਂ ਟੈਸਟਿੰਗ ਇਹ ਜਿਹੜੇ ਟੈਸਟ ਪਰਫੋਰਮ ਕਰ ਲਏ, ਜਿਹੜੇ 4 ਡਿਸਕਸ ਕੀਤੇ ਆਪਣਾ ABCD, ਉਸ ਤੋਂ ਬਾਅਦ ਜਿਹੜੀ ਇਹਦੀ ਪ੍ਰੋਪਰ ਸੀਲਿੰਗ ਕਰ ਦੇਣੀ ਹੈ ਤਾਂ ਕਿ ਕੋਈ ਜਦੋਂ ਆਪਾਂ ਕੇਬਲ ਨੂੰ ਲੇਟ ਕਰਨਾ ਵਾ ਉਸ ਦੌਰਾਨ ਕੋਈ ਉਹਦੇ 'ਚ ਕੋਈ ਮਟੀਰੀਅਲ ਨਾ ਲੱਗ ਜੇ। ਦ ਸਾਈਜ਼ ਐਂਡ ਟਾਈਪ ਆਫ ਕੇਬਲ ਸ਼ੁੱਡ ਬੀ ਇੰਸਪੈਕਟਡ ਟੂ ਡਿਟੈਕਟ ਪੋਸੀਬਲ ਲੇਬਲਿੰਗ ਐਰਰ ਬਾਏ ਮੈਨੂਫੈਕਚਰ, ਅਤੇ ਸਾਈਜ਼ ਚੈੱਕ ਕਰਨਾ ਵਾ ਜਿਹੜੀ ਆਪਾਂ ਔਡਰ ਕੀਤੀ ਸੀ ਜਾਂ ਜਿਹੜੀ ਆਪਾਂ ਨੂੰ ਨੀਡ ਆ ਉਹੀ ਕੇਬਲ ਆਈ ਆ, ਅਤੇ ਜੇ ਕੋਈ ਆਉਂਦੀ ਐਰਰ ਤਾਂ ਆਪਾਂ ਮੈਨੂਫੈਕਚਰ ਨੂੰ ਉਹਦੇ ਨਾਲ ਕੰਟੈਕਟ ਕਰਾਂਗੇ। As far as the length of the cable permits, it is always preferable to mount the drum on the stand for free moving of a cable with it is pulling. During this, it should be borne in mind about to avoid unnecessary twisting। ਜਦੋਂ ਆਪਾਂ ਕੀ ਆਪਣੇ ਪਰਮਿਟ ਦੇ ਉੱਤੇ ਕੇਬਲ ਪਹੁੰਚ ਚੁੱਕੀ ਹੈ ਤਾਂ ਉਸ ਦੌਰਾਨ ਜਿਹੜਾ ਕੇਬਲ ਡਰਮ ਨੂੰ ਫਰੀਲੀ ਮੂਵ ਹੋਣ ਵਾਸਤੇ ਆਪਾਂ ਕਿਸੇ ਸਟੈਂਡ ਦੇ ਉੱਤੇ ਰੱਖਣਾ ਵਾ, ਤਾਂ ਕਿ ਜਿਹੜੀ ਜਦੋਂ ਆਪਾਂ ਕੇਬਲ ਨੂੰ ਖਿੱਚੀਏ ਉਸ ਦੌਰਾਨ ਜਿਹੜੀ ਕੋਈ ਬਲ ਬੁਲ ਨਾ ਪਵੇ, ਟਵਿਸਟਿੰਗ ਨਾ ਹੋਵੇ ਕੇਬਲ ਦੇ ਵਿੱਚ। ਫੋਰ ਅਨਲੋਡਿੰਗ ਦ ਕੇਬਲ ਡਰਮਸ ਫਰੋਮ ਲੋਰੀ, ਅ ਸਟਰੋਂਗ ਵੁਡਨ ਪਲੇਟਫਾਰਮ ਇਜ਼ ਯੂਜ਼। ਜਦੋਂ ਆਪਾਂ ਕੇਬਲ ਡਰਮ ਨੂੰ ਅਨਲੋਡ ਕਰਨਾ ਵਾ ਉਸ ਦੌਰਾਨ ਜਿਹੜਾ ਵੁਡਨ ਕੋਈ ਲੱਕੜ ਦਾ ਸਟਰੋਂਗ ਲੱਕੜ ਦਾ ਪੀਸ ਜਿਹੜਾ ਯੂਜ਼ ਕਰਨਾ ਐਜ਼ ਅ ਪਲੇਟਫਾਰਮ, ਤਾਂ ਕਿ ਜਿਹੜਾ ਡਰਮ ਨੂੰ ਈਜ਼ੀਲੀ ਆਪਾਂ ਜਿਹੜਾ ਉਹ ਲਾ ਸਕੀਏ। ਦ ਡਰਮਸ ਆਰ ਰੋਲ ਡਾਊਨ ਫਰੋਮ ਦ ਟਰੱਕ ਅਲੋਂਗ ਦ ਸਲੋਪ ਆਫ ਪਲੇਟਫਾਰਮ, ਸਲੋਪ ਦੇ ਵਿੱਚ ਆਪਾਂ ਰੱਖ ਕੇ ਜਿਹੜਾ ਆਪਣਾ ਵੁਡਨ ਪੀਸ ਨੂੰ ਅਤੇ ਉਹਨੂੰ ਪਲੇਟਫਾਰਮ ਦੇ ਉੱਤੇ ਲਾਉਣਾ ਵਾ ਆਪਾਂ। ਨੋਰਮਲ ਸਪੀਡ ਐਂਡ ਡਾਇਰੈਕਸ਼ਨ ਆਫ ਰੋਲਿੰਗ ਡਰਮਸ ਆਰ ਕੰਟਰੋਲਡ ਬਾਏ ਗਾਰਡ ਰੋਪ, ਅਤੇ ਇੱਕ ਰੱਸੀ ਦੇ ਨਾਲ ਜਿਹਨੂੰ ਆਪਾਂ ਗਾਰਡ ਰੋਪ ਕਹਿ ਦਿੰਦੇ ਹਾਂ ਉਹਦੀ ਮਦਦ ਦੇ ਨਾਲ ਹੌਲੀ ਹੌਲੀ ਆਪਾਂ ਉਹਨੂੰ ਡਰਮ ਨੂੰ ਲਾਉਣਾ ਵਾ। ਜਿਹੜੀ ਆਪਣੀ ਸਪੀਡ ਅਤੇ ਡਾਇਰੈਕਸ਼ਨ ਆਫ ਰੋਲਿੰਗ ਦਾ ਵੀ ਆਪਾਂ ਖਿਆਲ ਰੱਖਣਾ, ਕਿੱਧਰ ਨੂੰ ਜਿਹੜੀ ਆਪਣੀ ਮੈਂਸ਼ਨ ਹੋਊਗੀ ਡਰਮ ਦੇ ਉੱਤੇ ਉਹਦੇ ਅਕੋਰਡਿੰਗਲੀ ਆਪਾਂ ਲਾਉਣਾ ਵਾ। ਇਫ ਦ ਕੇਬਲ ਇਜ਼ ਹੈਵੀ ਵਨ, ਜੇ ਆਪਣੀ ਕੇਬਲ ਆ ਉਹ ਜ਼ਿਆਦਾ ਭਾਰੀ ਆ, ਦ ਡਰਮ ਮੇ ਬੀ ਵੇਟ 4 or 5 ton or even considerable more, consequently handling problems are involved।
ਜਦੋਂ ਆਪਣੇ ਡਰਮ ਦਾ ਵੇਟ ਆ ਜਿਹੜਾ ਉਹ 4 ਤੋਂ 5 ਕੁਇੰਟਲ ਤੱਕ 4 ਤੋਂ 5 ਟਨ ਹੋ ਜਾਂਦਾ ਵਾ, ਤਾਂ ਉਸ ਦੌਰਾਨ ਜਿਹੜਾ ਆਪਾਂ ਖਿਆਲ ਰੱਖਣਾ ਵਾ ਜਿਹੜੀਆਂ ਗੱਲਾਂ ਦਾ ਹੈਂਡਲਿੰਗ ਕਰਦੇ ਦੌਰਾਨ, ਦਾ ਕੇਬਲ ਮੈਨੂਫੈਕਚਰ ਆਲਵੇਜ਼ ਟੇਕ ਕੇਅਰ ਇਨ ਇੰਡੀਕੇਟਸ, ਇਹ ਜਿਹੜਾ ਕੇਬਲ ਮੈਨੂਫੈਕਚਰ ਆ ਉਹ ਇੰਡੀਕੇਟ ਜ਼ਰੂਰ ਕਰਦਾ ਵਾ ਜਦੋਂ ਆਪਣੇ ਵੇਟ ਜ਼ਿਆਦਾ ਹੋਵੇ ਕੇਬਲ ਦਾ, ਬਾਈ ਮੀਨਸ ਆਫ ਐਰੋ ਔਨ ਦਾ ਸਾਈਡ ਆਫ ਡਰਮ, ਅਤੇ ਐਰੋ ਦੱਸਦਾ ਵਾ, ਐਰੋ ਦੇ ਨਾਲ ਮੈਂਸ਼ਨ ਕੀਤਾ ਜਾਂਦਾ ਵਾ ਕਿ ਇਸ ਸਾਈਡ ਨੂੰ ਉਹਨੂੰ ਰੋਟੇਟ ਕਰਨਾ ਵਾ ਜਦੋਂ ਆਪਾਂ ਜਿਹੜੀ ਅਨਲੋਡ ਕਰਨਾ ਵਾ ਡਰਮ ਨੂੰ। ਡਾਇਰੈਕਸ਼ਨ ਇਨ ਵਿਚ ਇਟ ਸ਼ੁੱਡ ਬੀ ਰੋਲਡ, ਕਿਹੜੇ ਪਾਸੇ ਨੂੰ ਉਹਨੂੰ ਰੋਲ ਕਰਨਾ ਵਾ। ਇਫ ਦ ਇੰਸਟਰਕਸ਼ਨ ਇਜ਼ ਨੋਟ ਓਬਜ਼ਰਵਡ, ਜੇ ਆਪਣੀ ਇੰਸਟਰਕਸ਼ਨਸ ਨਹੀਂ ਆਪਾਂ ਨੂੰ ਦਿਖਦੀਆਂ, scale cable tends to accumulate towards the inner turns, possibly results in a damage, ਜੇ ਆਪਾਂ ਨੂੰ ਨਹੀਂ ਦਿਖਦੀ ਹੈ ਤਾਂ ਉਹ ਆਪਾਂ ਜਿਹੜੇ ਹਿਸਾਬ ਦੇ ਨਾਲ ਰੋਲ ਕੀਤੀ ਹੋਈ ਹੈ ਕੇਬਲ ਉਹਦੇ ਉਸ ਹਿਸਾਬ ਦੇ ਨਾਲ ਆਪਾਂ ਜਿਹੜਾ ਡਰਮ ਨੂੰ ਰੋਟੇਟ ਕਰਕੇ ਉਹ, ਤਾਂ ਕਿ ਆਪਾਂ ਜਿਹੜੇ ਡੈਮੇਜ ਤੋਂ ਬਚਾ ਸਕੀਏ ਕੇਬਲ। ਵੈਨ ਪੁਲਿੰਗ ਆਫ ਦ ਕੇਬਲ ਫਰੋਮ jacked up drum inside and should be released so as to permit it to creep through a flange hole, ਜਦੋਂ ਆਪਾਂ ਇੰਸਟਾਲ ਕਰਨੀ ਆ ਕੇਬਲ ਉਸ ਦੌਰਾਨ ਜਿਹੜੀ ਈਜ਼ੀਲੀ ਆਪਾਂ ਜੈਕਸ ਦੇ ਉੱਤੇ ਕੇਬਲ ਨੂੰ ਰੱਖ ਕੇ ਅਤੇ ਈਜ਼ੀਲੀ ਰੋਲ ਕਰਕੇ, ਤਾਂ ਕਿ ਜਿਹੜੀ ਆਪਾਂ ਫਲੈਂਜ ਹੋਲ ਦੇ ਵਿੱਚ ਆਪਾਂ ਉਹਨੂੰ ਕੇਬਲ ਨੂੰ ਪਾ ਸਕੀਏ। ਵੈਨ ਰੋਲਿੰਗ ਦਾ ਡਰਮ ਇਨ ਪੋਜੀਸ਼ਨ ਇਟਸ comparatively easy to change direction by using nuts on the end of the tie rod which holds the check of drum together, ਜਿਹੜਾ ਆਪਾਂ ਇਹਨੂੰ ਈਜ਼ੀਲੀ ਜਿਹੜਾ ਰੋਲ ਪੋਜੀਸ਼ਨ ਨੂੰ ਚੇਂਜ ਕਰ ਸਕਦੇ ਹਾਂ ਬਾਈ ਟਾਈਟਿੰਗ ਰੋਡ, ਜੇ ਆਪਣਾ ਰੋਲ ਕਰਨ ਦੀ ਜਿਹੜੀ ਆਪਣੀ ਸਪੀਡ ਨੂੰ ਕੰਟਰੋਲ ਸਕਦੇ ਹਾਂ ਰੋਡ ਜਿਹੜੀ ਆਪਾਂ ਟਾਈ ਕੀਤੀ ਆ ਉਹਦੇ ਨਟ ਨੂੰ ਟਾਈਟ ਕਰਕੇ ਜਾਂ ਲੂਜ਼ ਕਰਕੇ। ਨੈਕਸਟ, ਪ੍ਰਕਾਸ਼ਨ ਵਾਈਲ ਹੈਂਡਲਿੰਗ ਦਾ ਕੇਬਲ, ਜਦੋਂ ਆਪਾਂ ਹੈਂਡਲਿੰਗ ਕਰਦੇ ਪਏ ਹਾਂ ਕੇਬਲ ਨੂੰ ਹੈਂਡਲ ਕਰਦੇ ਪਏ ਹਾਂ ਉਸ ਦੌਰਾਨ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਵਾ, ਆਪਾਂ ਪ੍ਰੀਵੀਅਸ ਵੀ ਡਿਸਕਸ ਕਰ ਚੁੱਕੇ ਹਾਂ ਇੰਸਪੈਕਸ਼ਨ ਦੌਰਾਨ, ਅਤੇ ਹੁਣ ਵੀ ਆਪਾਂ ਡਿਸਕਸ ਕਰਨਾ ਵੀ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਵਾ। The following precautions should be taken while handling the cable. While opening the cable drum, proper care should be exercised to ensure that the tools used for opening do not damage the cable. ਇਹ ਪੁਆਇੰਟ ਆਪਾਂ ਡਿਸਕਸ ਵੀ ਕਰ ਚੁੱਕੇ ਹਾਂ। ਜਦੋਂ ਆਪਾਂ ਕੇਬਲ ਡਰਮ ਨੂੰ ਓਪਨ ਕਰਨਾ ਵਾ ਉਸ ਦੌਰਾਨ ਜਿਹੜਾ ਆਪਾਂ ਜਿਹੜੀ ਪੈਕਿੰਗ ਨੂੰ ਰਿਮੂਵ ਕਰਦੇ ਦੌਰਾਨ ਆਪਾਂ ਖਿਆਲ ਰੱਖਣਾ ਵਾ ਜਿਹੜਾ ਕੋਈ ਵੀ ਆਪਣੀ ਕੇਬਲ ਦੀ ਇੰਸੂਲੇਸ਼ਨ ਨਾ ਡੈਮੇਜ ਹੋਵੇ, ਜਾਂ ਜਦੋਂ ਆਪਾਂ ਉਹਨੂੰ ਅਨਬਾਈਂਡ ਕਰਨਾ ਵਾ ਕੇਬਲ ਨੂੰ ਡਰਮ ਦੇ ਉੱਤੋਂ ਉਸ ਦੌਰਾਨ ਜਿਹੜੀ ਕੋਈ ਜ਼ਿਆਦਾ ਖਿੱਚ ਨਹੀਂ ਪਾਉਣੀ, ਜਰਕ ਨਹੀਂ ਪਾਉਣੀ, ਤਾਂ ਕਿ ਜਿਹੜੇ ਜੇ ਉਸ ਦੇ ਨਾਲ ਜਿਹੜੀ ਆਪਣੀ ਕੇਬਲ ਦੀ ਇੰਸੂਲੇਸ਼ਨ ਨਾ ਡੈਮੇਜ ਹੋਵੇ। ਸੈਕਿੰਡ ਪੁਆਇੰਟ, ਬਿਫੋਰ ਲੇਇੰਗ ਆਲ ਨਿਊ ਕੇਬਲਸ ਸ਼ੁੱਡ ਬੀ ਮੈਗਰ ਟੈਸਟਡ ਬਿਫੋਰ ਜੁਆਇੰਟ, ਜਦੋਂ ਆਪਾਂ ਕੇਬਲਸ ਨੂੰ ਪਾ ਲਿਆ ਜੁਆਇੰਟ ਲਾਉਣ ਤੋਂ ਪਹਿਲਾਂ ਜਿਹੜੀ ਆਪਾਂ ਮੈਗਰ ਟੈਸਟਿੰਗ ਜ਼ਰੂਰ ਕਰਨੀ ਹੈ, ਤਾਂ ਕਿ ਜਦੋਂ ਆਪਾਂ ਕੇਬਲ ਨੂੰ ਪਾਉਂਦੇ ਵਕਤ ਕੋਈ ਆਪਾਂ ਨੂੰ ਕੇਬਲ ਦੇ ਵਿੱਚ ਪ੍ਰੋਬਲਮ ਨਾ ਆ ਜਾਏ, ਉਹ ਆਪਾਂ ਟੈਸਟਿੰਗ ਕਰਕੇ ਹੀ ਆਪਾਂ ਅੱਗੇ ਫਰਦਰ ਕੰਟੀਨਿਊ ਕਰਨਾ ਆਪਦਾ ਕੰਮ। ਆਫਟਰ ਜੁਆਇੰਟਿੰਗ ਇਜ਼ ਕੰਪਲੀਸ਼ਨ, ਜਦੋਂ ਆਪਣੀ ਜੁਆਇੰਟ ਲਾ ਦਿੱਤੇ ਆਪਾਂ ਕੰਪਲੀਟ ਕਰ ਦਿੱਤੇ, all low voltage cables should be Megger tested and high voltage cable should be pressure tested before commissioning. ਜਿੰਨੀਆਂ ਲੋ ਕੇਬਲਸ ਆ ਉਹਨੂੰ ਆਪਾਂ ਮੈਗਰ ਟੈਸਟਿੰਗ ਕਰਨੀ ਆ, ਅਤੇ ਜਿਹੜੀ ਆਪਣੀ ਹਾਈ ਵੋਲਟੇਜ ਕੇਬਲ ਆ ਉਹਨੂੰ ਆਪਾਂ ਪ੍ਰੈਸ਼ਰ ਟੈਸਟਿੰਗ ਕਰਨੀ ਆ ਬਿਫੋਰ ਕਮਿਸ਼ਨਿੰਗ, ਜਿਹੜਾ ਆਪਾਂ ਬਿਫੋਰ ਸਪਲਾਈ ਦੇਣ ਤੋਂ ਪਹਿਲਾਂ ਆਪਾਂ ਜਿਹੜੀ ਉਹ ਟੈਸਟ ਜ਼ਰੂਰ ਕਰਨਾ ਵਾ। ਥਰਡ ਪੁਆਇੰਟ, ਦਾ ਕੇਬਲ ਕੋਰ ਸ਼ੁੱਡ ਬੀ ਟੈਸਟਡ ਫੋਰ, ਜਿਹੜੇ ਆਪਾਂ ਟੈਸਟ ਪਿੱਛੇ ਡਿਸਕਸ ਕੀਤੇ ਆ ਕੇਬਲ ਦੇ, ਇਹ ਟੈਸਟ ਜ਼ਰੂਰ ਕਰਨੇ ਆ ਜਦੋਂ ਆਪਾਂ ਹੈਂਡਲਿੰਗ ਕਰਨੀ ਹੈ ਕੇਬਲ ਦੀ। ਪਹਿਲਾ ਕੰਟੀਨਿਊਟੀ, ਫਿਰ ਸੈਕਿੰਡ ਐਬਸੈਂਸ ਆਫ ਕ੍ਰੋਸ ਫੇਸਿੰਗ, ਇੰਸੂਲੇਸ਼ਨ ਰਜਿਸਟੈਂਸ ਟੂ ਅਰਥ,
ਐਂਡ ਇੰਸੂਲੇਸ਼ਨ ਰੈਜ਼ਿਸਟੈਂਸ ਬਿਟਵੀਨ ਕੰਡਕਟਰ। ਇਹ ਪੁਆਇੰਟਸ ਆਪਾਂ ਡਿਸਕਸ ਕਰ ਚੁੱਕੇ ਹਾਂ ਇਹਨਾਂ ਬਾਰੇ। ਅਤੇ ਨੈਕਸਟ ਅੱਗੇ 4th ਪੁਆਇੰਟ ਬਾਰੇ ਆਪਾਂ ਡਿਸਕਸ ਕਰਦੇ ਹਾਂ। If the drum is to be rolled, it should be done in a direction indicated by arrow on the drum. If the arrow marks is legible, the drum should be rolled in the direction opposite to that which the cable is bound. Otherwise, the cable lets loose and damage while rolling along the ground. ਜਿਹੜਾ ਇਹ ਇਸ ਦੇ ਵਿੱਚ ਆਪਾਂ ਖਿਆਲ ਰੱਖਣਾ ਵਾ ਕਿਹੜੇ ਸਾਈਡ ਨੂੰ ਜਿਹੜੇ ਐਰੋ ਦਿੱਤੇ ਆ ਉਹਨਾਂ ਦੇ ਵਿੱਚ ਡਰਮ ਦੀ ਕਿਸ ਸਾਈਡ ਨੂੰ ਰੋਲਿੰਗ ਕਰਨੀ ਆ। ਜਿਹੜੀ ਸਾਈਡ ਨੂੰ ਐਰੋ ਮੈਨੂਫੈਕਚਰਰ ਨੇ ਐਰੋ ਦਿੱਤੇ ਆ ਉਸ ਸਾਈਡ ਨੂੰ ਆਪਾਂ ਡਰਮ ਨੂੰ ਰੋਲ ਕਰਨਾ ਵਾ ਰਾਈਟ ਪੋਜੀਸ਼ਨ ਦੇ ਉੱਤੇ। ਜਿਵੇਂ 2 ਇਹਨਾਂ ਨੇ ਦਿੱਤੀ ਆ ਪਹਿਲੋਂ ਰੋਂਗ ਦੇ ਵਿੱਚ, ਜਦੋਂ ਜਿਹੜਾ ਕਿ ਐਰੋ ਆ ਦੂਜੀ ਸਾਈਡ ਦਿੱਤਾ ਹੋਇਆ ਪਰ ਆਪਾਂ ਰੋਂਗ ਸਾਈਡ ਨੂੰ ਉਹਨੂੰ ਮੂਵ ਕਰਦੇ ਪਏ ਹਾਂ। ਇੱਦਾਂ ਹੀ ਜਿਹੜਾ ਰਾਈਟ ਪੋਜੀਸ਼ਨ 'ਤੇ ਉਹਨਾਂ ਨੇ ਦਿੱਤਾ ਵਾ, ਜਦੋਂ ਆਪਾਂ ਡਰਮ ਨੂੰ ਜਿਹੜੀ ਡਾਇਰੈਕਸ਼ਨ ਦੇ ਵਿੱਚ ਐਰੋ ਦਿੱਤੇ ਆ ਉਸ ਸਾਈਡ ਨੂੰ ਆਪਾਂ ਉਹਨੂੰ ਮੂਵ ਕਰਦੇ ਪਏ। ਨੈਕਸਟ ਪੁਆਇੰਟ 5th ਪੁਆਇੰਟ, the drum should be fixed on the stand for a free movement on the cable when it is pulled. The drum should be, ਜਿਹੜਾ ਡਰਮ ਨੂੰ ਆਪਾਂ ਸਟੈਂਡ ਦੇ ਉੱਤੇ ਫਿਕਸ ਕਰਨਾ ਤਾਂ ਕਿ ਜਿਹੜਾ ਉਹਨੂੰ ਫਰੀਲੀ ਮੂਵ ਕਰ ਸਕੀਏ। The cable should be unrolled with the drum in such a position that the cable end being pulled in is at the top instead of the bottom to avoid the damage to the cable because of the rubbing against the ground. ਜਦੋਂ ਆਪਾਂ ਕੇਬਲ ਨੂੰ ਡਰਮ ਤੋਂ ਖੋਲ੍ਹਣਾ ਵਾ ਉਸ ਦੌਰਾਨ ਜਿਹੜਾ ਆਪਾਂ ਖਿਆਲ ਰੱਖਣਾ ਵੀ ਕਿਤੇ ਟੋਪ ਦੇ ਉੱਤੇ ਜਾਂ ਜਿਹੜਾ ਆਪਣਾ ਕੋਈ ਵੀ ਡੈਮੇਜ ਨਾ ਹੋਵੇ ਆਪਣੀ ਥੱਲੇ ਲੱਗਣ ਦੇ ਨਾਲ ਕੇਬਲ। ਉਹ ਇਹਨਾਂ ਗੱਲਾਂ ਦਾ ਆਪਾਂ ਖਿਆਲ ਰੱਖਣਾ ਵਾ। 6th ਪੁਆਇੰਟ, the cable should be unbound from a damaged drum. ਜੇ ਆਪਣਾ ਡਰਮ ਟਰਾਂਸਪੋਰਟੇਸ਼ਨ ਦੌਰਾਨ ਜੇ ਟੁੱਟ ਜਾਂਦਾ ਵਾ ਜਾਂ ਜਦੋਂ ਆਪਾਂ ਅਨਲੋਡ ਜਾਂ ਲੋਡਿੰਗ ਦੌਰਾਨ ਜਿਹੜਾ ਡਰਮ ਡੈਮੇਜ ਹੋ ਜਾਂਦਾ ਉਸ ਦੌਰਾਨ ਜਿਹੜਾ ਕੇਬਲ ਨੂੰ ਆਪਾਂ ਕਿਵੇਂ ਖੋਲ੍ਹਣਾ ਵਾ ਉਹਦਾ ਕੀ ਪ੍ਰੋਸੀਜਰ ਆ। ਉਹਦੇ ਵਾਸਤੇ ਆਪਾਂ ਟਰਨਿੰਗ ਟੇਬਲ ਦਾ ਯੂਜ਼ ਕਰਨਾ ਵਾ। The cable should be unbound from a damaged drum with the help of a rotating turning table. ਘੁੰਮਣ ਵਾਲਾ ਜਿਹੜਾ ਟਰਨਿੰਗ ਟੇਬਲ ਆ ਉਹਦਾ ਯੂਜ਼ ਕਰਕੇ ਆਪਾਂ ਇਹਦਾ ਯੂਜ਼ ਕਰਨਾ। In case of cable is pulled straight without the aid of turning table, then it will be twist and may result in a breaking of a standard wire, cracking and tearing of insulation. ਜੇ ਆਪਾਂ ਬਿਨਾਂ ਰੋਟੇਟਿੰਗ ਟਰਨਿੰਗ ਟੇਬਲ ਤੋਂ ਆਪਾਂ ਜਿਹੜੇ ਕੇਬਲ ਨੂੰ ਖੋਲਾਂਗੇ ਉਸ ਦੌਰਾਨ ਜਿਹੜੀ ਆਪਣੀ ਇੰਸੂਲੇਸ਼ਨ ਖਰਾਬ ਹੋ ਸਕਦੀ ਹੈ ਕੇਬਲ ਦੀ, ਜਾਂ ਜਿਹੜੇ ਆਪਣੇ ਕੰਡਕਟਰ ਆ ਉਹਨਾਂ ਦੇ ਵਿੱਚ ਬ੍ਰੇਕਿੰਗ ਆ ਸਕਦੀ ਹੈ ਜਾਂ ਕਰੈਕ ਪੈ ਸਕਦੇ ਆ ਅਤੇ ਟੇਅਰਿੰਗ ਹੋ ਸਕਦੀ, ਇੰਸੂਲੇਸ਼ਨ ਜਿਹੜੀ ਉਹ ਖਰਾਬ ਹੋ ਸਕਦੀ ਹੈ। ਇਸੇ ਦੌਰਾਨ ਜਿਹੜਾ ਆਪਣਾ ਖਰਾਬ ਡਰਮ ਆ ਉਹਦੇ ਇਹਨਾਂ ਨੇ 3 ਫਿਗਰ ਦਿੱਤੀਆਂ A, B, C. A and B should be a wrong way for opening the cable, unbound the cable from the drum, whereas C is the right way to unbound the cable from a damaged drum. ਅਤੇ ਇਹਦੇ 'ਚ ਆਪਾਂ ਟਰਨਿੰਗ ਟੇਬਲ ਦਾ ਯੂਜ਼ ਕਰਕੇ ਜਿਹੜਾ ਔਖੇ ਤਰੀਕੇ ਦੇ ਨਾਲ ਆਪਾਂ ਅਨਬਾਊਂਡ ਕਰ ਸਕਦੇ ਕੇਬਲ। ਨੈਕਸਟ ਪੁਆਇੰਟ ਆ, ਡਰਮ ਸ਼ੁੱਡ ਬੀ ਨੈਵਰ ਬੀ ਅਨਲੋਡ ਬਾਈ ਡਰੋਪਿੰਗ ਦੈਮ ਫਰੋਮ ਦਾ ਟਰੱਕ। ਜਦੋਂ ਆਪਾਂ ਅਨਲੋਡ ਕਰਨਾ ਵਾ ਡਰਮ ਨੂੰ ਉਸ ਦੌਰਾਨ ਜਿਹੜਾ ਆਪਾਂ
ਡਰਮ ਨੂੰ ਸਿੱਧਾ ਨਹੀਂ ਸਿੱਟਣਾ ਹੈਗਾ, ਬਿਕੋਜ਼ ਦੇ ਕੈਨ ਡੈਮੇਜ ਦ ਫਲੈਂਜ ਜਿਹੜੀ ਆਪਣੀ ਫਲੈਂਜ ਨੂੰ ਡੈਮੇਜ ਕਰ ਸਕਦੇ ਆ ਡਰਮ ਜਿਹੜਾ। ਇਸ ਵਾਸਤੇ ਆਪਾਂ ਕ੍ਰੇਨ ਜਾਂ ਹੋਸਟ ਜਿਹੜੀ ਆਪਾਂ ਕੋਈ ਵੀ ਲਿਫਟ ਵਗੈਰਾ ਯੂਜ਼ ਕਰਨੀ ਆ। ਵੈਲ ਸਪੋਰਟਡ ਰੈਂਪ ਅਰੇਂਜਮੈਂਟ ਆਰ ਸ਼ੁੱਡ ਬੀ ਫॉर ਪ੍ਰੋਪਰ ਅਨਲੋਡਿੰਗ ਆਫ ਅ ਡਰਮ। ਜਿਹੜਾ ਪ੍ਰੋਪਰ ਰੈਂਪ ਅਰੇਂਜਮੈਂਟ ਜਿਹੜੀ ਯੂਜ਼ ਕਰਦੀਆਂ, ਜਾਂ ਕਿ ਜਿਹੜਾ ਕਿ ਆਪਾਂ ਡਿਸਕਸ ਕੀਤਾ ਸੀ, ਕੋਈ ਵੁਡਨ ਪੀਸ ਨਾਲ ਦੇ ਨਾਲ ਜਿਹੜਾ ਟਰੋਲੀ ਜਾਂ ਟਰੱਕ ਆ ਉਹਦੇ ਪਲੇਟਫਾਰਮ ਦੇ ਨਾਲ ਲਾ ਕੇ ਸਲੋਪ ਫਾਰਮ ਦੇ ਵਿੱਚ ਬਣਾ ਕੇ ਉਹਨੂੰ ਈਜ਼ੀਲੀ ਹੌਲੀ ਹੌਲੀ ਜਿਹੜਾ ਉਹ ਅਨਲੋਡਿੰਗ ਕਰਨੀ ਹੈ ਉਹਦੀ। ਸਮਟਾਈਮ ਡਰਮ ਮੇ ਬੀ ਅਲਾਊ ਟੂ ਰੋਲ ਲੂਜ਼ਲੀ ਔਨ ਦ ਸਮਾਲ ਸਲੋਪ, ਅਤੇ ਕਈ ਜਗ੍ਹਾ 'ਤੇ ਸਮਾਲ ਸਲੋਪ ਦੇ ਉੱਤੋਂ ਰੋਲ ਕੀਤਾ ਜਾਂਦਾ ਵਿਦ ਸਮ ਅਰੇਂਜਮੈਂਟ, ਥੋੜ੍ਹੀਆਂ ਕੋਈ ਵੀ ਅਰੇਂਜਮੈਂਟਸ ਦੇ ਨਾਲ, ਸੱਚ ਐਜ਼ ਸਟਰੋਂਗ ਰੋਪ ਟੂ ਪ੍ਰੀਵੈਂਟ ਲੂਜ਼ ਟੂ ਕੰਟਰੋਲ ਓਵਰ ਦਾ ਡਰਮ। ਅਤੇ ਛੋਟੀ ਕੋਈ ਰੱਸੀ ਦੇ ਨਾਲ, ਜਿਹੜੀ ਸਟਰੋਂਗ ਰੋਪ ਦੇ ਨਾਲ ਆਪਾਂ ਡਰਮ ਨੂੰ ਹੌਲੀ ਹੌਲੀ ਉਤਾਰਨਾ ਵਾ, ਤਾਂ ਕਿ ਜਿਹੜਾ ਉਹ ਡਰਮ ਉਹ ਕੰਟਰੋਲ ਨਾ ਖੋਵੇ ਆਪਣਾ ਇਸ ਦੌਰਾਨ ਅਨਲੋਡਿੰਗ ਦੇ ਵਿੱਚ। ਇਹ 2 ਫਿਗਰਸ ਦੇ ਵਿੱਚ ਦੱਸਿਆ ਗਿਆ ਵਾ, ਜਿਹਦੇ 'ਚ ਰੋਂਗ ਵੇ ਹੈ ਜਿੱਥੇ ਆਪਾਂ ਡਰਮ ਨੂੰ ਸਿੱਧਾ ਜਿਹੜਾ ਉਹ ਟਰੱਕ ਦੇ ਉੱਤੋਂ ਅਨਲੋਡ ਕਰਦੇ ਪਏ ਹਾਂ ਸਿੱਧਾ ਸਿੱਟ ਕੇ, ਉਹ ਇਹ ਰੋਂਗ ਵੇ ਆ, ਉਹਦੇ ਨਾਲ ਆਪਣੀ ਫਲੈਂਸ ਖਰਾਬ ਹੋ ਸਕਦੀ ਹੈ। ਰਾਈਟ ਵੇ ਦੇ ਵਿੱਚ ਜਿੱਥੇ ਸਲੋਪ ਫਾਰਮ ਦੇ ਵਿੱਚ ਆਪਾਂ ਵੁਡਨ ਪੀਸ ਜਾਂ ਕੋਈ ਵੀ ਮੈਟੈਲਿਕ ਪੀਸ ਲਾ ਕੇ ਡਰਮ ਨੂੰ ਹੌਲੀ ਹੌਲੀ ਰੋਟੇਟ ਕਰਦੇ ਪਏ ਹਾਂ ਵਿਦ ਦਾ ਹੈਲਪ ਆਫ ਰੋਪ, ਜਿਹੜਾ ਉਹ ਅਨਲੋਡ ਕਰਦੇ ਪਏ। ਨੈਕਸਟ ਆਪਣਾ ਆ ਜਾਂਦਾ ਸਟੋਰਿੰਗ ਆਫ ਕੇਬਲ ਐਟ ਸਟੋਰ ਯਾਰਡ। ਜਦੋਂ ਜਿਹੜੀ ਆਪਣੀ ਕੇਬਲ ਆ ਸਾਈਡ ਦੇ ਉੱਤੇ ਪਹੁੰਚ ਗਈ ਆ, ਉਹਨੂੰ ਸਟੋਰ ਕਰਨਾ ਵਾ। ਜਿਹੜੀ ਆਪਾਂ ਸਾਰੀ ਕੇਬਲ ਜਿੰਨੀ ਵੀ ਆਪਣੀ ਟਰੱਕ ਦੇ ਉੱਤੇ ਲੋਡ ਹੋ ਕੇ ਆਈ ਆ, ਉਹ ਸਾਰੀ ਆਪਣੀ ਇੱਕ ਦਿਨ ਦੇ ਵਿੱਚ ਤਾਂ ਇੰਸਟਾਲ ਹੋ ਨਹੀਂ ਜਾਣੀ, ਉਹਨੂੰ ਆਪਾਂ ਹੌਲੀ ਹੌਲੀ ਇੰਸਟਾਲ ਕਰਾਂਗੇ। ਉਹਦੇ ਵਾਸਤੇ ਜਿਹੜੀ ਉਹਨੂੰ ਕੇਬਲ ਨੂੰ ਸਟੋਰੇਜ ਕਰਕੇ ਰੱਖਣਾ ਪੈਂਦਾ, ਉਸ ਦੌਰਾਨ ਜਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਉਹਦੇ ਬਾਰੇ ਡਿਸਕਸ ਕਰਾਂਗੇ। All cable drum transported to depot from storing are arranged in such a manner so that the free circulation of air between them taken place। ਜਿੱਥੇ ਵੀ ਆਪਾਂ ਸਟੋਰ ਕਰਨਾ ਵਾ ਉਹਨਾਂ ਨੂੰ ਕੇਬਲ ਡਰਮ ਨੂੰ ਇਸ ਤਰ੍ਹਾਂ ਨਾਲ ਰੱਖਣਾ ਵਾ ਤਾਂ ਕਿ ਉਹਦੇ ਵਿੱਚ ਏਅਰ ਸਰਕੂਲੇਸ਼ਨ ਹੁੰਦੀ ਰਹੇ, ਜਿਹਦੇ ਨਾਲ ਉਹ ਕੇਬਲ ਦੇ ਵਿੱਚ ਹਵਾ ਪੈਂਦੀ ਰਹੇ ਅਤੇ ਉਹਦੇ ਨਾਲ ਖ਼ਰਾਬ ਨਾ ਹੋਵੇ ਆਪਣਾ ਕੇਬਲ ਡਰਮ ਵੀ ਅਤੇ ਨਾਲ ਕੇਬਲ ਵੀ, ਦੋਨਾਂ ਦਾ ਆਪਾਂ ਖਿਆਲ ਰੱਖਣਾ। ਦ ਕੇਬਲ ਡਰਮਸ ਆਰ ਸਟੋਰਡ ਸੋ ਦੈਟ ਫਲੈਂਜ ਆਰ ਕੈਪਟ ਵਰਟੀਕਲ। ਜਿਹੜਾ ਕੇਬਲ ਡਰਮ ਨੂੰ ਵਰਟੀਕਲ ਪੋਜੀਸ਼ਨ ਦੇ ਵਿੱਚ ਰੱਖਣਾ ਵਾ ਅਤੇ ਉਹਦੀਆਂ ਫਲੈਂਜ ਜਿਹੜੀਆਂ ਉਹ ਵਰਟੀਕਲ ਪੋਜੀਸ਼ਨ ਦੇ ਵਿੱਚ ਰਹਿਣੀਆਂ ਚਾਹੀਦੀਆਂ ਹਮੇਸ਼ਾ। ਦਿਸ ਵਿਲ ਵੀ ਫੈਸਿਲੀਟੇਟ ਦ ਸਬਸੀਕੁਐਂਟ ਰਿਮੂਵਿੰਗ ਆਫ ਦ ਡਰਮ ਈਜ਼ੀਲੀ, ਤਾਂ ਕਿ ਜਿਹੜਾ ਈਜ਼ੀਲੀ ਆਪਾਂ ਡਰਮ ਨੂੰ ਇਹਦੇ ਨਾਲ ਕੀ ਆ ਈਜ਼ੀਲੀ ਡਰਮ ਨੂੰ ਇੱਧਰ ਉੱਧਰ ਕਰ ਸਕਦੇ ਹਾਂ। ਜਿਹੜੀ ਕੇਬਲ ਕੋਈ ਹੋਰ ਯੂਜ਼ ਕਰਨੀ ਆ ਉਹਨੂੰ ਆਪਾਂ ਰੋਟੇਟ ਕਰਕੇ ਅੱਗੇ ਪਿੱਛੇ ਕਰ ਸਕਦੇ ਹਾਂ, ਜਿਹੜਾ ਈਜ਼ੀਲੀ ਆਪਾਂ ਨੂੰ ਹੋਵੇ। ਉਸ ਤੋਂ ਬਾਅਦ ਕੰਕਰੀਟ ਫਲੋਰਿੰਗ ਵਿਦ ਐਡੀਕੁਏਟ ਡਰੇਨਿੰਗ ਫੈਸਿਲਿਟੀਜ਼ ਪ੍ਰੈਫਰਡ ਸੋ ਦੈਟ ਦ ਫਲੈਂਸ ਆਫ ਅ ਡਰਮ ਆਰ ਨੋਟ ਰੋਟਨ। ਜਿਹੜਾ ਜਿਹਦੀ ਸਟੋਰੇਜ ਪਲੇਸ ਆ ਉਹ 'ਤੇ ਕੰਕਰੀਟ ਫਲੋਰ ਹੋਣਾ ਚਾਹੀਦਾ ਵਾ, ਕੰਕਰੀਟ ਦਾ ਫਲੋਰ ਹੋਣਾ ਚਾਹੀਦਾ ਵਾ, ਤਾਂ ਕਿ ਜਿਹੜਾ ਆਪਣਾ ਡਰਮ ਦੀ ਫਲੈਂਜਿਸ ਆ ਉਹ ਡੈਮੇਜ ਨਾ ਹੋਵੇ, ਰੋਟਨ ਨਾ ਹੋਣ, ਗਲ ਨਾ ਹੋ, ਅਤੇ ਡਰੇਨਿੰਗ ਪ੍ਰੋਪਰ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਵੀ ਬਾਰਿਸ਼ ਪਵੇ ਅਤੇ ਉਹਦੇ ਥੱਲੇ ਪਾਣੀ ਆ ਜਾਏ ਡਰਮ ਦੇ ਵਿੱਚ, ਡਰਮ ਦੇ ਥੱਲੇ, ਅਤੇ ਉਹਦੇ ਨਾਲ ਆਪਣੇ ਜਿਹੜੀ ਡਰਮ ਦੀ ਫਲੈਂਜਸ ਆ ਜਿਹੜੀਆਂ ਸਾਈਡਾਂ ਵਾ ਉਹ ਗਲ ਜਾਣ ਅਤੇ ਉਹਦੇ ਨਾਲ ਆਪਣਾ ਕੇਬਲ ਨੂੰ ਵੀ ਨੁਕਸਾਨ ਹੋਊਗਾ, ਅਤੇ ਉਹਨੂੰ ਕਿਤੇ ਦੁਬਾਰੇ ਟਰਾਂਸਮਿਟ ਕਰਨਾ ਜਾਂ ਟਰਾਂਸਪੋਰਟ ਕਰਨਾ ਵਾ ਉਹਦੇ 'ਚ ਵੀ ਆਪਾਂ ਨੂੰ ਔਖਾਈ ਹੋਊਗੀ। ਇਸ ਕਰਕੇ ਜਿਹੜਾ ਉਹ ਪ੍ਰੋਪਰ ਡਰੇਨਿੰਗ ਸਿਸਟਮ ਹੋਣਾ ਚਾਹੀਦਾ ਵਾ, ਜਿਹੜਾ ਪਾਣੀ ਉੱਥੋਂ ਨਿਕਲਦਾ ਹੋਵੇ ਕਿਤੇ ਪਾਣੀ ਨਾ ਖੜ੍ਹਦਾ ਹੋਵੇ ਜਿੱਥੇ ਆਪਾਂ ਡਰਮ ਨੂੰ ਸਟੋਰ ਕੀਤਾ ਵਾ, ਅਤੇ ਕੰਕਰੀਟ ਦਾ ਫਲੋਰ ਹੋਣਾ ਚਾਹੀਦਾ ਵਾ।
The smooth concrete floor will be also make the rolling of a drum easy। ਤੇ ਕੰਕਰੀਟ ਫਲੋਰ ਜੇ ਲੱਗਿਆ ਹੋਊਗਾ ਤਾਂ ਡਰਮ ਨੂੰ ਆਪਾਂ ਈਜ਼ੀਲੀ ਰੋਲ ਕਰ ਸਕਦੇ ਹਾਂ ਜੇ ਕਿਤੇ ਆਪਾਂ ਜਦੋਂ ਵੀ ਇੰਸਟਾਲ ਜਾਂ ਅਨਇੰਸਟਾਲ ਕਰਨਾ ਵਾ ਜਾਂ ਕਿਤੇ ਕੇਬਲ ਡਰਮ ਨੂੰ ਇੱਧਰ ਉੱਧਰ ਕਰਨਾ ਵਾ ਉਸ ਦੌਰਾਨ ਈਜ਼ੀਲੀ ਆਪਾਂ ਉਹਨਾਂ ਨੂੰ ਕਰ ਸਕਦੇ ਹਾਂ। ਇਫ ਦਾ ਕੇਬਲ ਡਰਮਸ ਆਰ ਟੂ ਬੀ ਸਟੋਰਡ ਇਨ ਅ ਓਪਨ ਸਪੇਸ, ਜੇ ਆਪਣੇ ਕੇਬਲ ਡਰਮ ਓਪਨ ਸਪੇਸ ਦੇ ਵਿੱਚ ਆ ਤਾਂ ਉਹਨਾਂ ਦੇ ਵਿੱਚ ਕੀ ਖਿਆਲ ਰੱਖਣਾ ਵਾ। ਦ ਸਿਲੈਕਟਡ ਸਾਈਡ ਇਜ਼ ਟੂ ਬੀ ਲੈਵਲਡ, ਜਿਹੜੀ ਸਾਈਟ ਆ ਉਹ ਲੈਵਲ ਹੋਣੀ ਚਾਹੀਦੀ ਹੈ ਪ੍ਰੋਪਰ। ਦ ਐਲੀਵੇਟਿਡ ਲੈਂਡ ਹੈਵ ਫਰਮ ਸੋਇਲ ਇਜ਼ ਪ੍ਰੈਫਰਡ ਫॉर ਅ ਕੇਬਲ ਡਿਪੋਟ, ਜਿਹੜੀ ਉੱਥੇ ਉੱਥੇ ਜਿਹੜੀ ਸੋਇਲ ਆ ਜਿਹਦੇ ਉੱਤੇ ਆਪਾਂ ਡਰਮਸ ਨੂੰ ਇੰਸਟਾਲ ਕਰਨਾ ਮੈਂ ਸਟੋਰਿੰਗ ਜਗ੍ਹਾ ਵਾ ਜਿਹੜੀ ਉਹ ਸਹੀ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕੋਈ ਕੈਮੀਕਲ ਹੋਵੇ ਸੋਇਲ ਦੇ ਵਿੱਚ ਜਿਹਦੇ ਨਾਲ ਆਪਣੀ ਕੇਬਲ ਡੈਮੇਜ ਹੋ ਸਕਦੀ ਹੈ ਜਾਂ ਕੇਬਲ ਡਰਮ ਡੈਮੇਜ ਹੋ ਜਾਣ। ਦ ਓਪਨ ਡਿਪੋਟ ਇਜ਼ ਆਲਸੋ ਟੂ ਬੀ ਪ੍ਰੋਟੈਕਟਿਡ ਬਾਏ ਬਾਰਵੈਡ ਵਾਇਰ। ਜਦੋਂ ਆਪਾਂ ਓਪਨ ਯਾਰਡ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਆਪਾਂ ਉਹਨੂੰ ਜਿਹੜੀ ਉਹਦੀ ਪ੍ਰੋਟੈਕਸ਼ਨ ਵਾਸਤੇ ਆਪਾਂ ਉਹਦੀ ਫੈਂਸਿੰਗ ਕਰਨੀ ਆ ਵਿਦ ਦਾ ਬਾਰਵੈਡ ਵਾਇਰ ਮਤਲਬ ਕੰਡਿਆਲੀ ਤਾਰ ਦੇ ਨਾਲ ਓਪਨ ਯਾਰਡ ਦੀ ਜਿਹੜੀ ਉਹ ਫੈਂਸਿੰਗ ਕਰਨੀ ਆ ਤਾਂ ਕਿ ਕੋਈ ਅਨਅਥੋਰਾਈਜ਼ਡ ਪਰਸਨ ਜਿਹੜਾ ਆ ਨਾ ਸਕੇ ਅੰਦਰ। ਦ ਲਾਈਫ ਆਫ ਕੇਬਲ ਇਜ਼ ਜਨਰਲੀ ਡਿਪੈਂਡ ਅਪੋਨ ਦਾ ਪ੍ਰੋਪਰ ਸਟੋਰਿੰਗ, ਜਿਹੜੀ ਲਾਈਫ ਆ ਉਹ ਬੇਸਿਕਲੀ ਕੇਬਲ ਦੀ ਡਿਪੈਂਡ ਕਰਦੀ ਹੈ ਸਟੋਰਿੰਗ ਦੇ ਉੱਤੇ ਅਤੇ ਟਰਾਂਸਪੋਰਟੇਸ਼ਨ ਦੇ ਉੱਤੇ ਡਿਪੈਂਡ ਕਰਦੀ ਹੈ ਜਦੋਂ ਵੀ ਆਪਾਂ ਟਰਾਂਸਪੋਰਟਿੰਗ ਕਰਨੀ ਹੈ ਕੇਬਲ ਦੀ। ਰੋਲਿੰਗ ਐਂਡ ਮਾਊਂਟਿੰਗ ਆਫ ਕੇਬਲ ਡਰਮ, ਅਤੇ ਰੋਲਿੰਗ 'ਤੇ ਡਿਪੈਂਡ ਕਰਦਾ ਅਤੇ ਮਾਊਂਟਿੰਗ ਜਿਹੜਾ ਕੇਬਲ ਡਰਮ ਆ ਉਹ ਜਦੋਂ ਆਪਾਂ ਕੇਬਲ ਪਾਉਣੀ ਆ ਉਹ ਕਿੱਥੇ ਜਿਹੜਾ ਉਹ ਰੱਖਣਾ ਚਾਹੀਦਾ। ਬਿਫੋਰ ਕੇਬਲ ਇਜ਼ ਫਾਈਨਲੀ ਲੈਡ ਇਨ ਅ ਟਰੈਂਚ, ਜਦੋਂ ਆਪਾਂ ਟਰੈਂਚ ਦੇ ਵਿੱਚ ਕੇਬਲ ਨੂੰ ਪਾਉਣਾ ਵਾ ਉਸ ਤੋਂ ਪਹਿਲਾਂ ਜਿਹੜਾ ਉਹ ਡਰਮ ਨੂੰ ਕਿੱਥੇ ਰੱਖਿਆ ਹੋਵੇ ਪ੍ਰੋਪਰ, ਜਿਹੜੀ ਉਹ ਕੇਬਲ ਨੂੰ ਆਪਾਂ ਅਨਬਾਊਂਡ ਕਰਕੇ ਜਿਹੜਾ ਉਹ ਲੇਡ ਕਰ ਸਕੀਏ ਟਰੈਂਚ ਦੇ ਵਿੱਚ। ਇਹ ਹੋ ਗਈ ਆਪਣੀ ਸਟੋਰੇਜ ਕੇਬਲ। ਨੈਕਸਟ ਟਰਾਂਸਪੋਰਟੇਸ਼ਨ ਐਂਡ ਹੈਂਡਲਿੰਗ ਆਫ ਕੇਬਲਸ। The cable drums are transported to site on special truck, ਜਿਹੜਾ ਸਪੈਸ਼ਲ ਟਰੱਕ ਦੇ ਉੱਤੇ ਆਪਾਂ ਟਰਾਂਸਪੋਰਟ ਕੀਤੇ ਜਾਂਦੀ ਹੈ ਕੇਬਲ ਡਰਮਸ ਨੂੰ। These types of trucks is equipped with the winch to facilitate loading and unloading of cable drum। ਇਹ ਜਿਹੜੇ ਟਰੱਕਸ ਆ ਉਹ ਜਿਹੜੇ ਇਕੁਪਾਈਡ ਕੀਤੇ ਜਾਂਦੇ ਇਕੁਇਪਮੈਂਟ ਉਹਨਾਂ ਦੇ ਵਿੱਚ ਲਾਏ ਜਾਂਦੇ ਆ ਤਾਂ ਕਿ ਜਿਹੜੀ ਲੋਡਿੰਗ ਅਤੇ ਅਨਲੋਡਿੰਗ ਦੌਰਾਨ ਜਿਹੜੀ ਆਪਾਂ ਨੂੰ ਫੈਸਿਲਿਟੀ ਮਿਲ ਸਕੇ। ਜਿਵੇਂ ਆਪਾਂ ਕੋਈ ਵੀ ਜਦੋਂ ਅਨਲੋਡਿੰਗ ਕਰਨੀ ਆ ਉਹਦੇ ਨਾਲ ਆਪਾਂ ਨੂੰ ਸਟਰੋਂਗ ਰੋਪ ਦੀ ਨੀਡ ਆ, ਉਹ ਜਿਹੜਾ ਉਹਦੇ 'ਚ ਸਿਸਟਮ ਲੱਗਿਆ ਹੁੰਦਾ ਤਾਂ ਕਿ ਜਿਹੜਾ ਉਹ ਈਜ਼ੀਲੀ ਜਿਹੜਾ ਅਨਲੋਡ ਹੋ ਸਕੇ ਅਤੇ ਪ੍ਰੋਪਰ ਪਲੈਟਫਾਰਮ ਹੁੰਦਾ ਵਾ। ਫਰਦਰ ਬਾਕੀ ਇਕੁਇਪਮੈਂਟਸ ਅਤੇ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਅੱਗੇ ਪਿੱਛੇ ਡਰਮ ਵਿਦ ਦੀ ਹੈਲਪ ਆਫ ਦੀਜ਼ ਇਕੁਇਪਮੈਂਟ ਵੀ ਅੱਗੇ ਪਿੱਛੇ ਆਪਾਂ ਉਹਨਾਂ ਨੂੰ ਡਰਮਸ ਨੂੰ ਕਰ ਸਕਦੇ ਹਾਂ ਕੇਬਲ ਡਰਮਸ ਨੂੰ। The cable drums are secured by strong ropes with the help to avoid free fall, ਅਤੇ ਉਹਨਾਂ ਨੂੰ ਆਪਾਂ ਕੇਬਲ ਡਰਮ ਨੂੰ ਆਪਾਂ ਸਟਰੋਂਗ ਰੋਪ ਦੇ ਨਾਲ ਬੰਨ੍ਹ ਕੇ ਰੱਖਦੇ ਹਾਂ ਤਾਂ ਕਿ ਉਹ ਫਰੀ ਫਾਲ ਨਾ ਹੋਣ ਜਦੋਂ ਆਪਾਂ ਅਨਲੋਡ ਕਰਨਾ। ਅਤੇ ਜਦੋਂ ਆਪਾਂ ਟਰਾਂਸਪੋਰਟ ਕਰਕੇ ਲੈ ਕੇ ਆਉਣਾ ਉਸ ਦੌਰਾਨ ਵੀ ਆਪਾਂ ਸਟਰੋਂਗ ਰੋਪ ਦੇ ਨਾਲ ਬੰਨ੍ਹ ਕੇ ਲੈ ਕੇ ਆਉਂਦੇ ਹਾਂ ਤਾਂ ਕਿ ਜਿਹੜਾ ਰਸਤੇ ਦੇ ਵਿੱਚ ਕੋਈ ਜਿਹੜੀ ਹਿਲ ਜੁਲ ਨਾ ਹੋਵੇ ਕੇਬਲ ਡਰਮਸ ਦੇ ਵਿੱਚ। ਇਹ ਅੱਜ ਆਪਾਂ ਡਿਸਕਸ ਕੀਤਾ ਇਹਦੇ ਵਿੱਚ ਅੰਡਰਗਰਾਊਂਡਸ ਕੇਬਲ ਦੇ ਵਿੱਚ ਕੀ ਇੰਸਪੈਕਸ਼ਨ ਕਰਨੀ ਹੈ ਉਸ ਦੌਰਾਨ ਜਦੋਂ ਆਪਣੇ ਕੇਬਲ ਜਿਹੜੀ ਸਾਈਡ 'ਤੇ ਪਹੁੰਚਦੀ ਆ, ਅਤੇ ਸਟੋਰੇਜ ਦੀ ਜਗ੍ਹਾ ਜਿਹੜੀ ਆ ਉਹ ਕਿਹੋ ਜਿਹੀ ਹੋਣੀ ਚਾਹੀਦੀ ਆ, ਕੀ ਉਹਦੀਆਂ ਪ੍ਰੋਪਰਟੀਜ਼ ਹੋਣੀਆਂ ਚਾਹੀਦੀਆਂ, ਅਤੇ ਜਦੋਂ ਕੇਬਲ ਡਰਮ ਨੂੰ ਆਪਾਂ ਹੈਂਡਲਿੰਗ ਕਰਨਾ ਉਹਦੇ ਦੌਰਾਨ ਆਪਾਂ ਕੀ ਪ੍ਰੀਕਾਸ਼ਨਸ ਵਰਤਣੀਆਂ ਉਹਦੇ ਬਾਰੇ ਡਿਸਕਸ ਕੀਤਾ।
ਅਤੇ ਫਰਦਰ ਆਪਾਂ ਡਿਸਕਸ ਕੀਤਾ ਕਿ ਟਰਾਂਸਪੋਰਟੇਸ਼ਨ ਦੌਰਾਨ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ, ਕਿਹੜੇ ਜਿਹੜੇ ਟਰੱਕਸ ਜਿਹੜੇ ਸਪੈਸ਼ਲ ਬਣੇ ਹੁੰਦੇ ਆ ਉਹਨਾਂ ਨੂੰ ਆਪਾਂ ਯੂਜ਼ ਕਰਕੇ ਇਹਦੀ ਆਪਾਂ ਟਰਾਂਸਪੋਰਟੇਸ਼ਨ ਕਰਨੀ ਆ, ਇਹਦੇ ਬਾਰੇ ਡਿਸਕਸ ਕੀਤਾ। ਥੈਂਕ ਯੂ। ਨੈਕਸਟ ਟਾਈਮ ਫਿਰ ਆਪਾਂ ਨੈਕਸਟ ਟੋਪਿਕ ਲੈ ਕੇ ਆਵਾਂਗੇ। ਥੈਂਕ ਯੂ ਵੈਰੀ ਮੱਚ।